ਵਿੱਚ ਸਿਰਫ ਇੱਕ ਟੋਲ ਪਲਾਜ਼ਾ ਹੋਵੇਗਾ। ਜੇਕਰ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਦੂਸਰਾ ਕੋਈ ਟੋਲ ਪਲਾਜ਼ਾ ਹੋਇਆ ਤੇ ਉਸ ਨੂੰ 3 ਮਹੀਨੇ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ, ਜਿਸ ਦੇ ਚਲਦਿਆਂ ਵੱਡੀ ਰਾਹਤ ਦੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਕਈ ਟੋਲ ਕਟਵਾਉਣੇ ਪੈਂਦੇ ਸਨ, ਜਿਸ ਤੋਂ ਲੋਕ ਵੀ ਦੁਖੀ ਸੀ। ਤੇ ਅੱਜ ਲੋਕ ਸਭਾ ਦੇ ਵਿੱਚ ਜਿੱਥੇ ਵੱਡੇ ਹੋਰ ਐਲਾਨ ਕੀਤੇ ਗਏ ਤੇ ਉੱਥੇ ਹੀ ਲੋਕਾਂ ਦੇ ਨਾਲ ਜੁੜੀ ਹੋਈ ਜੋ ਖਬਰ ਹੈ, ਲੋਕਾਂ ਦੇ ਨਾਲ ਜੁੜਿਆ ਹੋਇਆ ਜੋ ਐਲਾਨ ਹੈ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਵੱਲੋਂ ਕੀਤਾ ਗਿਆ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸਿਰਫ ਇੱਕ ਟੋਲ ਪਲਾਜ਼ਾ ਹੀ ਹੋਵੇਗਾ, ਜੋ ਕਿ ਲੋਕਾਂ ਦੇ ਲਈ ਵੱਡੀ ਰਾਹਤ ਹੈ। ਹਾਲਾਂਕਿ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੇਸ਼ ਭਰ ਦੇ ਵਿੱਚ ਕਈ ਸੜਕਾਂ ਜਿਹੜੀਆਂ ਉਹ ਵੀ ਨਵੀਆਂ ਬਣਾਈਆਂ ਜਾਣਗੀਆਂ ਤਾਂ ਕਿ ਆਵਾਜਾਈ ਜਿਹੜੀ ਆ ਬੜੇ ਸੁਖਾਲੇ ਢੰਗ ਦੇ ਨਾਲ ਕੀਤੀ ਜਾਵੇ। ਪਰ ਇਸ ਦੇ ਨਾਲ ਜਿਹੜੀ ਵੱਡੀ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਉਹ ਇਹੀ ਹੈ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜੇਕਰ 2 ਟੋਲ ਪਲਾਜ਼ਾ ਹੋਏ ਤੇ ਦੂਸਰਾ ਟੋਲ ਪਲਾਜ਼ਾ 3 ਮਹੀਨੇ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ। ਇਸੇ ਤੇ ਹੀ ਚਰਚਾ ਕਰਾਂਗੇ। ਮੇਰੇ ਨਾਲ ਰਿਮਾਂਸ਼ੂ ਗਾਬਾ। ਰਿਮਾਂਸ਼ੂ, ਵੱਡਾ ਐਲਾਨ ਕੀਤਾ, ਲੋਕਾਂ ਦੇ ਲਈ ਰਾਹਤ ਦੀ ਖਬਰ ਵੀ ਹੈ, ਪਰ ਆਪਾਂ ਸਭ ਤੋਂ ਪਹਿਲਾਂ ਇਸੇ ਤੇ ਹੀ ਗੱਲ ਕਰੀਏ ਕਿ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੈ? ਹਾਂ, ਬਿਲਕੁਲ ਪੰਜਾਬ ਦੇ ਲੋਕਾਂ ਨੂੰ ਇਸ ਰਾਹਤ ਦੇ ਨਾਲ ਵੱਡਾ ਫਾਇਦਾ ਹੋਣ ਜਾ ਰਿਹਾ, ਵੱਡੀ ਰਾਹਤ ਮਿਲੂਗੀ ਕਿਉਂਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਕਿਉਂਕਿ ਇੱਕ ਅਰਸਾ ਉਹ ਵੀ ਰਿਹਾ, ਇੱਕ ਲੰਬਾ ਸਮਾਂ ਉਹ ਵੀ ਰਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਟੋਲ ਨਹੀਂ ਭਰਿਆ ਤੇ ਇੱਕਦਮ ਜਦੋਂ ਹੁਣ ਦੁਬਾਰਾ ਟੋਲ ਪਲਾਜ਼ਾ ਸਟਾਰਟ ਹੋਏ ਤਾਂ ਕਾਫੀ ਕਹਿੰਦੇ ਕਿ ਮਹਿੰਗੇ ਵੀ ਹੋ ਗਏ ਟੋਲ ਪਲਾਜ਼ਾ, ਔਰ ਕਿਉਂਕਿ ਜਿਹੜਾ ਉਹ ਨਾ ਲੱਗਿਆ ਹੋਵੇ, ਫਾਸਟੈਗ ਨਾ ਲੱਗਿਆ ਹੋਵੇ ਤਾਂ ਉਹਨਾਂ ਨੂੰ ਡਬਲ ਟੋਲ ਪਲਾਜ਼ਾ ਦੇਣਾ ਪੈਂਦਾ। ਤਾਂ ਟੋਲ ਪਲਾਜ਼ਾ ਪੰਜਾਬ ਦੇ ਵਿੱਚ ਅਕਸਰ ਸੁਰੂਚੀ ਇੱਕ ਵੱਡਾ ਮੁੱਦਾ ਰਿਹਾ ਔਰ ਜੇਕਰ ਇਹ ਪਾਲਿਸੀ ਹੁਣ ਅਪਣਾਈ ਜਾਂਦੀ ਹੈ ਕਿਉਂਕਿ ਹੁਣ ਨਿਤਿਨ ਗਡਕਰੀ ਜੋ ਟਰਾਂਸਪੋਰਟ ਮੰਤਰੀ ਨੇ ਦੇਸ਼ ਦੇ, ਉਹਨਾਂ ਨੇ ਲੋਕ ਸਭਾ ਦੇ ਵਿੱਚ ਇਹ ਐਲਾਨ ਕਰ ਦਿੱਤਾ ਹੈ ਕਿ ਅਗਲੇ 3 ਮਹੀਨੇ ਦੇ ਵਿੱਚ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕੋ ਟੋਲ ਪਲਾਜ਼ਾ ਰਹੇਗਾ। ਹੁਣ ਕਿਉਂਕਿ ਪੰਜਾਬ ਇੱਕ ਛੋਟਾ ਸਟੇਟ ਹੈ, ਛੋਟਾ ਸੂਬਾ ਹੈ ਔਰ ਇੱਥੇ ਜ਼ਿਆਦਾ ਨੈਸ਼ਨਲ ਹਾਈਵੇਜ਼ ਨੇ, ਨੈਸ਼ਨਲ ਹਾਈਵੇਜ਼ ਤੇ ਇੱਥੇ ਕਿਉਂਕਿ ਰੋਡਸ ਵੀ ਨਵੀਆਂ ਬਣੀਆਂ ਨੇ ਤੇ ਪਿਛਲੇ ਕਈ ਸਾਲਾਂ ਤੋਂ ਇੱਥੇ ਟੋਲ ਪਲਾਜ਼ਾ ਬਹੁਤ ਜ਼ਿਆਦਾ ਨੇ, ਥੋੜੇ ਡਿਸਟੈਂਸ ਤੋਂ ਬਾਅਦ ਹੀ ਟੋਲ ਪਲਾਜ਼ਾ ਆ ਜਾਂਦੇ ਨੇ। ਤਾਂ ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਜ਼ਰੂਰ ਮਿਲੇਗੀ ਜਦੋਂ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਟੋਲ ਪਲਾਜ਼ਾ ਰਹਿ ਜਾਏਗਾ। ਜੋ ਲੋਕ ਟਰੈਵਲ ਕਰਦੇ ਨੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਨੇ, ਮੰਨ ਲਓ ਹੁਣ ਮੈਂ ਉਦਾਹਰਨ ਦੇ ਤੌਰ ਤੇ ਅਸੀਂ ਜਲੰਧਰ ਖੜੇ ਹਾਂ, ਜਲੰਧਰ ਤੋਂ ਆਪਾਂ ਜੇ ਅੰਮ੍ਰਿਤਸਰ ਜਾਣਾ ਹੈ ਤਾਂ ਇੱਥੇ ਪਹਿਲਾਂ ਇੱਕ ਢਿਲਵਾਂ ਦਾ ਵਿੱਚ ਟੋਲ ਪਲਾਜ਼ਾ ਆਉਂਦਾ, ਆਪਾਂ ਉੱਥੇ ਟੋਲ ਭਰਦੇ ਹਾਂ, ਉਸ ਤੋਂ ਬਾਅਦ ਇਹ ਜੰਡਿਆਲਾ ਗੁਰੂ ਦੇ ਕੋਲ ਜਾ ਕੇ ਇੱਕ ਅਗਲਾ ਟੋਲ ਪਲਾਜ਼ਾ ਆਉਂਦਾ। ਹੁਣ ਜੇ ਮੈਂ ਇਹ ਜਿਸ ਤਰ੍ਹਾਂ ਮੈਂ ਹੁਣੇ ਡਾਇਰੈਕਸ਼ਨ ਦੇਖ ਰਿਹਾ, ਢਿਲਵਾਂ ਤੋਂ ਜੰਡਿਆਲਾ ਗੁਰੂ ਦਾ ਡਿਸਟੈਂਸ 33 ਕਿਲੋਮੀਟਰ ਹੈ ਔਰ ਦੇਸ਼ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹ ਕਹਿੰਦੇ ਕਿ 60 ਕਿਲੋਮੀਟਰ ਦੇ ਅੰਦਰ ਇੱਕੋ ਟੋਲ ਪਲਾਜ਼ਾ ਹੋਏਗਾ, ਯਾਨੀ ਕਿ ਜੇ ਢਿਲਵਾਂ ਦੇ ਵਿੱਚ ਟੋਲ ਪਲਾਜ਼ਾ ਤਾਂ ਜਾਂ ਤੇ ਫਿਰ ਉਹ ਦੂਜਾ ਅੰਮ੍ਰਿਤਸਰ ਵੱਲ ਨੂੰ ਜਾਂਦੇ ਹੋਏ ਜੰਡਿਆਲਾ ਗੁਰੂ ਵਾਲਾ ਟੋਲ ਪਲਾਜ਼ਾ ਬੰਦ ਹੋਏਗਾ ਕਿਉਂਕਿ ਉਹ ਤੇ 33 ਕਿਲੋਮੀਟਰ ਬਾਅਦ ਹੀ ਟੋਲ ਪਲਾਜ਼ਾ ਲੱਗ ਗਿਆ, ਜਾਂ ਇੱਧਰਲਾ ਜੋ ਵੀ ਪਾਲਿਸੀ ਬਣੇਗੀ 3 ਮਹੀਨੇ ਦੇ ਵਿੱਚ, ਯਾਨੀ ਕਿ ਅੰਮ੍ਰਿਤਸਰ ਜਾਣ ਲਈ ਜੋ ਐਲਾਨ ਅੱਜ ਨਿਤਿਨ ਗਡਕਰੀ ਹੁਣਾਂ ਨੇ ਕੀਤਾ। ਜੇਕਰ ਅਸੀਂ ਜਲੰਧਰ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦੇ ਹਾਂ ਤੇ ਹੋ ਸਕਦਾ ਹੈ ਕਿ 3 ਮਹੀਨੇ ਬਾਅਦ ਅਸੀਂ ਸਿਰਫ ਇੱਕੋ ਟੋਲ ਪਲਾਜ਼ੇ ਤੇ ਰੁਕੀਏ ਔਰ ਇੱਕੋ ਹੀ ਟੋਲ ਜਿਹੜਾ ਹੈ ਉਹ ਭਰੀਏ। ਇਹਦੇ ਨਾਲ ਹੀ ਜੇ ਆਪਾਂ ਮੰਨ ਲਓ ਚੰਡੀਗੜ੍ਹ ਜਾਂਦੇ ਹਾਂ, ਚੰਡੀਗੜ੍ਹ ਜੇ ਜਲੰਧਰ ਤੋਂ ਹੀ ਆਪਾਂ ਚੰਡੀਗੜ੍ਹ ਮੂਵ ਹੁੰਦੇ ਆ ਤਾਂ ਜਲੰਧਰ ਤੋਂ ਚੰਡੀਗੜ੍ਹ ਜਾ ਕੇ ਪਹਿਲਾਂ ਬਹਿਰਾਮ, ਫਗਵਾੜੇ ਤੋਂ ਅੱਗੇ ਜਾ ਕੇ ਟੋਲ ਪਲਾਜ਼ਾ ਆਉਂਦਾ, ਬਹਿਰਾਮ ਤੋਂ ਫਿਰ ਉਸ ਤੋਂ ਬਾਅਦ ਬਹਿਰਾਮ ਤੋਂ ਬਾਅਦ ਆਉਂਦਾ ਹੈ ਬਲਾਚੌਰ। ਮੈਂ ਉਹ ਵੀ ਡਿਸਟੈਂਸ ਦੇਖ ਲੈਂਦੇ ਆਪਾਂ, ਬਲਾਚੌਰ ਤੋਂ ਬਾਅਦ ਬਹਿਰਾਮ ਤੋਂ ਬਲਾਚੌਰ ਦਾ ਡਿਸਟੈਂਸ ਜਿਹੜਾ ਹੈ ਉਹ 44 ਕਿਲੋਮੀਟਰ ਹੈ। ਬਲਾਚੌਰ ਤੋਂ ਬਾਅਦ ਫਿਰ ਆਉਂਦਾ ਹੈ ਰੋਪੜ, ਬਹਿਰਾਮ ਤੋਂ ਮੈਂ ਮੰਨ ਕੇ ਚੱਲ ਰਿਹਾ, ਬਹਿਰਾਮ ਤੇ ਇੱਕ ਟੋਲ ਪਲਾਜ਼ਾ ਹੈ, ਬਹਿਰਾਮ ਤੋਂ ਜੇ ਆਪਾਂ ਬਲਾਚੌਰ ਦੇਖਾਂਗੇ ਤੇ 44 ਕਿਲੋਮੀਟਰ ਪੈਂਦਾ ਹੈ ਤੇ ਬਹਿਰਾਮ ਤੋਂ ਜੇ ਰੋਪੜ ਦੇਖਾਂਗੇ ਤਾਂ ਇਹ 68 ਕਿਲੋਮੀਟਰ ਪੈਂਦਾ ਹੈ। ਯਾਨੀ ਕਿ ਜਿਹੜੇ ਲੋਕ ਚੰਡੀਗੜ੍ਹ ਵੀ ਰੂਟੀਨ ਦੇ ਵਿੱਚ ਜਾਂਦੇ ਰਹਿੰਦੇ ਨੇ, ਜਿਨ੍ਹਾਂ ਦਾ ਚੰਡੀਗੜ੍ਹ ਬਹੁਤ ਚੱਕਰ ਲੱਗਦੇ ਨੇ, ਉਹਨਾਂ ਵਾਸਤੇ ਵੀ ਇੱਕ ਰਾਹਤ ਦੀ ਖਬਰ ਜ਼ਰੂਰ ਹੋ ਜਾਏਗੀ ਕਿ ਬਹਿਰਾਮ ਤੇ ਜੇ ਤੁਸੀਂ ਟੋਲ ਭਰਦੇ ਹੋ ਤੇ ਹੋ ਸਕਦਾ ਕਿ ਬਲਾਚੌਰ ਵਾਲਾ ਟੋਲ ਜਿਹੜਾ ਉਹ ਹਟ ਜੇ, ਉਸ ਤੋਂ ਬਾਅਦ ਰੋਪੜ ਦੇ ਵਿੱਚ ਟੋਲ ਭਰਨਾ ਪਏਗਾ। ਔਰ ਜੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਪਤਾ ਹੋਏਗਾ ਰਸਤੇ ਦਾ, ਜੇ ਕੁਰਾਲੀ ਤੋਂ ਤੁਸੀਂ ਚੰਡੀਗੜ੍ਹ ਵਿੱਚ ਐਂਟਰੀ ਕਰਨੀ ਹੈ, ਨਿਊ ਚੰਡੀਗੜ੍ਹ ਤੋਂ ਚੰਡੀਗੜ੍ਹ 'ਚ ਐਂਟਰੀ ਕਰਨੀ ਤੇ ਕੁਰਾਲੀ ਦੇ ਵਿੱਚ ਵੀ ਇੱਕ ਟੋਲ ਲੱਗਦਾ। ਤੇ ਜੇ ਆਪਾਂ ਰੋਪੜ ਤੋਂ ਨਿਊ ਚੰਡੀਗੜ੍ਹ ਵੱਲ ਜਾਈਏ ਤਾਂ ਮੈਂ ਉਹ ਵੀ ਡਿਸਟੈਂਸ ਜਿਹੜਾ ਤੁਹਾਨੂੰ ਦੱਸ ਦਿੰਦਾ ਕਿੰਨਾ ਡਿਸਟੈਂਸ ਪੈਂਦਾ ਰੋਪੜ ਤੋਂ ਨਿਊ ਚੰਡੀਗੜ੍ਹ। ਇਹ ਆਪਾਂ ਇੱਥੇ ਦੇਖ ਸਕਦੇ ਹਾਂ ਕਿ 37 ਕਿਲੋਮੀਟਰ ਰੋਪੜ ਤੋਂ ਨਿਊ ਚੰਡੀਗੜ੍ਹ ਵੱਲ ਦਾ, ਯਾਨੀ ਕਿ ਇੱਥੇ ਵੀ ਰਸਤੇ ਦੇ ਵਿੱਚ ਇੱਕ ਟੋਲ ਪਲਾਜ਼ਾ 60 ਕਿਲੋਮੀਟਰ ਤੋਂ ਪਹਿਲੇ ਹੀ ਪੈਂਦਾ, ਉਹ ਵੀ ਟੋਲ ਹਟ ਜਾਏਗਾ। ਯਾਨੀ ਇਹ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਜੇ ਮੈਂ ਜਲੰਧਰ ਤੋਂ ਚੰਡੀਗੜ੍ਹ ਜਾਣਾ ਹੈ ਤਾਂ ਹੋ ਸਕਦਾ ਕਿ ਮੈਨੂੰ ਬਹਿਰਾਮ ਦੇ ਵਿੱਚ ਫਗਵਾੜੇ ਤੋਂ ਅੱਗੇ ਇੱਕ ਟੋਲ ਭਰਨਾ ਪਵੇ, ਉਸ ਤੋਂ ਬਾਅਦ ਬਲਾਚੌਰ ਵੀ ਮੈਨੂੰ ਟੋਲ ਇਸ ਵੇਲੇ ਪੈਂਦਾ ਉਹ ਵੀ ਹਟ ਜਾਏਗਾ, ਉਸ ਤੋਂ ਬਾਅਦ ਰੋਪੜ ਦੇ ਵਿੱਚ ਟੋਲ ਲੱਗਦਾ ਉਹ ਮੈਨੂੰ ਭਰਨਾ ਪਏਗਾ, ਔਰ ਉਸ ਤੋਂ ਬਾਅਦ ਜਿਹੜਾ ਕੁਰਾਲੀ ਦੇ ਵਿੱਚ ਟੋਲ ਜੇ ਮੈਂ ਵਾਇਆ ਕੁਰਾਲੀ ਜਾਣਾ ਚਾਹੁੰਦਾ ਤਾਂ ਉੱਥੇ ਉਹ ਵੀ ਮੈਨੂੰ ਟੋਲ ਜਿਹੜਾ ਟੋਲ ਪਲਾਜ਼ਾ ਮੇਰਾ ਟੋਲ ਨਹੀਂ ਲੱਗੇਗਾ। ਔਰ ਇਹ ਇੱਕ ਵੱਡੀ ਰਾਹਤ ਦੀ ਖਬਰ ਜ਼ਰੂਰ ਹੈ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸਿਰਫ ਇੱਕ ਟੋਲ ਲੱਗਣਾ। ਇਸੇ ਤਰ੍ਹਾਂ ਹੁਣ ਲੁਧਿਆਣਾ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਅਮੂਮਨ ਚਰਚਾ ਦੇ ਵਿੱਚ ਰਹਿੰਦਾ, ਲਾਡੋਵਾਲ ਟੋਲ ਪਲਾਜ਼ਾ ਦੇ ਨਾਲ ਹੀ ਲਾਡੋਵਾਲ ਬਾਈਪਾਸ
ਬਾਈਪਾਸ ਨੂੰ ਜਿਹੜਾ ਹੁਣ ਨਵਾਂ ਦਿੱਲੀ ਦੇ ਵੱਲ ਰੋਡ ਕੱਢਿਆ ਹੈ, ਲੁਧਿਆਣਾ ਤੋਂ ਰੋਡ ਕੱਢਿਆ ਨਵਾਂ, ਉੱਥੇ ਵੀ ਕੁਝ ਹੀ ਦੂਰੀ ਤੋਂ ਬਾਅਦ ਜਾ ਕੇ ਸ਼ੁਰੂਚੀ ਆਪਾਂ ਦੇਖ ਰਹੇ ਹਾਂ ਕਿ ਇੱਕ ਟੋਲ ਪਲਾਜ਼ਾ ਹੋਰ ਹੈ। ਕੁਝ ਹੀ ਕਿਲੋਮੀਟਰ ਦੀ ਦੂਰੀ ਤੋਂ ਬਾਅਦ ਇੱਕ ਟੋਲ ਹੋਰ ਲੱਗ ਜਾਂਦਾ ਜੇ ਤੁਸੀਂ ਨਵੇਂ ਰੋਡ ਦੀ ਸਰਵਿਸ ਲੈਣੀ ਹੈ। ਤਾਂ ਹੋ ਸਕਦਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਲੱਗੇਗਾ ਹੀ ਲੱਗੇਗਾ। ਜਿਹੜਾ ਦੂਜਾ ਨਾਲ ਦਾ ਟੋਲ ਪਲਾਜ਼ਾ ਜਿਹੜਾ ਜੇ ਆਪਾਂ ਵਾਇਆ ਨਵੀਂ ਰੋਡ ਵਾਇਆ ਲਾਡੋਵਾਲ ਬਾਈਪਾਸ ਕਹਿ ਦਿੰਦੇ ਉਹਨੂੰ ਆਪਾਂ, ਜੇ ਵਾਇਆ ਉਸ ਰਸਤੇ ਤੋਂ ਲੁਧਿਆਣੇ ਜਾਣਾ ਜਾਂ ਲੁਧਿਆਣਾ ਪਾਰ ਕਰਕੇ ਦਿੱਲੀ ਵੱਲ ਨੂੰ ਜਾਣਾ ਤਾਂ ਇੱਕ ਹੋਰ ਟੋਲ ਪਲਾਜ਼ਾ ਜਿਹੜਾ ਉਹ ਬੰਦ ਹੋ ਜਾਏਗਾ ਔਰ ਉੱਥੇ ਵੀ ਟੋਲ ਸਾਨੂੰ ਨਹੀਂ ਭਰਨਾ ਪਏਗਾ। ਤੇ ਇਹ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ। ਜੇਕਰ ਤੁਸੀਂ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਬਠਿੰਡੇ ਵੱਲ ਨੂੰ ਜਾਂਦੇ ਉੱਥੇ ਵੀ, ਜਾਂ ਅੰਮ੍ਰਿਤਸਰ ਤੋਂ ਪਟਿਆਲੇ ਵੱਲ ਦੀ ਜਿਹੜੀ ਰੋਡ ਹੈ ਨਵੀਂ ਰੋਡ ਹੈ, ਉੱਥੇ ਵੀ ਬਰਨਾਲੇ ਦੇ ਕੋਲ ਜਾਂ ਕਈ ਥਾਵਾਂ ਤੇ ਜਿਹੜੇ ਟੋਲ ਪਲਾਜ਼ੇ ਬਣੇ ਹੋਏ ਨੇ ਨੈਸ਼ਨਲ ਹਾਈਵੇ ਤੇ, ਔਰ 60 ਕਿਲੋਮੀਟਰ ਦੇ ਦਾਇਰੇ ਤੋਂ ਘੱਟ ਨੇ, ਉਹ ਵੀ ਬੰਦ ਹੋ ਜਾਣਗੇ। ਖੁਦ ਨਿਤਿਨ ਗਡਕਰੀ ਕਹਿ ਰਹੇ ਨੇ ਕਿ 60 ਕਿਲੋਮੀਟਰ ਦੇ ਵਿੱਚ ਹੀ ਇੱਕ ਟੋਲ ਪਲਾਜ਼ਾ ਹੋਣਾ ਚਾਹੀਦਾ। ਅੱਛਾ, ਇੱਕ ਬੜਾ ਇਹ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਅੱਜ ਨਿਤਿਨ ਗਡਕਰੀ ਲੋਕ ਸਭਾ ਦੇ ਵਿੱਚ ਕਹਿ ਰਹੇ ਨੇ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਟੋਲ ਪਲਾਜ਼ਾ ਹੋਣਾ ਚਾਹੀਦਾ, ਪਰ ਮੈਨੂੰ ਪਤਾ ਹੈ ਕੁਛ ਟੋਲ ਪਲਾਜ਼ਾ 60 ਕਿਲੋਮੀਟਰ ਦੇ ਅੰਦਰ ਵੀ ਚੱਲ ਰਹੇ ਨੇ। ਔਰ ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਆਪਾਂ ਜੇ ਅੰਮ੍ਰਿਤਸਰ ਜਾਂਦੇ ਹਾਂ ਤਾਂ 2 ਟੋਲ ਪਲਾਜ਼ਾ ਚੱਲ ਰਹੇ ਨੇ। ਜੇ ਚੰਡੀਗੜ੍ਹ ਜਾਂਦੇ ਸੀਗੇ ਪਹਿਲਾਂ, ਉੱਥੇ ਵੀ ਬੜੀ ਦੇਰ ਚੱਲਦੇ ਰਹੇ, 60 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਟੋਲ ਪਲਾਜ਼ਾ ਚੱਲਦੇ ਰਹੇ। ਤਾਂ ਇਸ ਤਰ੍ਹਾਂ ਇੰਨੇ ਸਾਲ ਲੋਕਾਂ ਨੂੰ ਭਰਨਾ ਪਿਆ ਟੋਲ, ਔਰ ਰੂਲ ਇਹ ਸੀਗਾ ਨਹੀਂ, ਜਿਸ ਦਾ ਖੁਲਾਸਾ ਅੱਜ ਨਿਤਿਨ ਗਡਕਰੀ ਲੋਕ ਸਭਾ ਦੇ ਵਿੱਚ ਕਰ ਰਹੇ ਨੇ। ਮੈਨੂੰ ਲੱਗਦਾ ਕਿ ਇਹ ਪਹਿਲਾਂ ਹੀ ਇਹ ਕਦਮ ਜਿਹੜਾ ਇਹ ਸੁਰੂਚੀ ਚੱਕ ਲੈਣਾ ਚਾਹੀਦਾ ਸੀਗਾ, ਪਰ ਦੇਰ ਹੈ ਦੁਰਸਤ ਹੈ ਕਿ ਅੱਜ ਨਿਤਿਨ ਗਡਕਰੀ ਕਹਿ ਰਹੇ ਨੇ ਕਿ ਅਗਲੇ 3 ਮਹੀਨਿਆਂ ਦੇ ਵਿੱਚ ਹੁਣ ਜਿਹੜੇ ਵੀ 60 ਕਿਲੋਮੀਟਰ ਦੇ ਅੰਦਰ ਟੋਲ ਪੈ ਰਹੇ ਨੇ ਉਹ ਬੰਦ ਹੋ ਸਕਦੇ ਨੇ। ਬਿਲਕੁਲ, ਤਾਂ ਵੱਡੀ ਰਾਹਤ ਜਿਹੜੀ ਹੈ ਉਹ ਦਿੱਤੀ ਹੈ ਅੱਜ, ਕਿਉਂਕਿ ਕੇਂਦਰੀ ਮੰਤਰੀ ਵੱਲੋਂ ਬਿਲਕੁਲ ਕਿਉਂਕਿ ਕੇਂਦਰੀ ਮੰਤਰੀ ਦੇ ਵੱਲੋਂ ਜਿਹੜਾ ਇਹ ਵੱਡਾ ਖੁਲਾਸਾ ਵੀ ਕੀਤਾ ਗਿਆ ਹੈ ਕਿ ਸਾਨੂੰ ਪਤਾ ਲੱਗਿਆ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸਿਰਫ ਇੱਕ ਹੀ ਨਹੀਂ ਹੈ, ਹੋਰ ਵੀ ਟੋਲ ਪਲਾਜ਼ਾ ਨੇ, ਕਿ ਜਿਵੇਂ ਕਿ ਰਿਮਾਂਸ਼ੂ ਪਹਿਲਾਂ ਹੀ ਦੱਸ ਚੁੱਕੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਇਸ ਦੇ ਨਾਲ ਕੀ ਫਾਇਦਾ ਹੋਏਗਾ। ਬਹੁਤ ਸਾਰੇ ਥਾਵਾਂ ਦੇ ਉੱਤੇ ਆ ਜਿਹੜਾ 33 ਕਿਲੋਮੀਟਰ ਤੱਕ ਵੀ ਜਿਹੜਾ ਟੋਲ ਪਲਾਜ਼ਾ ਆ ਜਾਂਦਾ, ਉਸ ਤੋਂ ਬਾਅਦ ਕੁਝ ਦੂਰੀ ਤੇ ਹੀ ਫਿਰ ਇੱਕ ਹੋਰ ਆ ਜਾਂਦਾ, ਤੇ ਅਜਿਹੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਾਫੀ ਫਾਇਦਾ ਰਹੇਗਾ। ਮੈਂ ਇੱਕ ਵਾਰ ਫਿਰ ਦੁਬਾਰਾ ਸਮਝਾਉਣਾ ਚਾਹੁੰਦਾ ਕਿ 60 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਜਿੰਨੇ ਟੋਲ ਪਲਾਜ਼ਾ ਆਉਂਦੇ ਨੇ ਉਹ ਬੰਦ ਹੋਣਗੇ, ਔਰ ਅਮੂਮਨ ਪੰਜਾਬ ਦੇ ਨੈਸ਼ਨਲ ਹਾਈਵੇਜ਼ ਦੇ ਵਿੱਚ ਜਿਹੜੇ ਮੁੱਖ ਸੜਕਾਂ ਨੇ, ਜਿਵੇਂ ਜਲੰਧਰ ਟੂ ਅੰਮ੍ਰਿਤਸਰ, ਜਲੰਧਰ ਟੂ ਚੰਡੀਗੜ੍ਹ, ਜਲੰਧਰ ਟੂ ਲੁਧਿਆਣਾ, ਇਹ ਮੁੱਖ ਸੜਕਾਂ ਤੇ 60 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕਈ ਵਾਰੀ ਸਾਨੂੰ ਟੋਲ ਭਰਨਾ ਪੈਂਦਾ ਤੇ ਉਹ ਟੋਲ ਪਲਾਜ਼ਾ ਹਟ ਜਾਣਗੇ। ਹਾਂ, ਇੱਕ ਖਦਸ਼ਾ ਜ਼ਰੂਰ ਹੈ, ਕਿਤੇ ਇਹ ਨਾ ਹੋ ਜਾਵੇ ਕਿ ਜਿਹੜਾ ਇੱਕ ਅਗਲਾ ਟੋਲ ਪਲਾਜ਼ਾ ਬੰਦ ਹੋਏ ਤੇ ਪਿਛਲੇ ਟੋਲ ਪਲਾਜ਼ੇ ਤੇ ਰੇਟ ਜਿਹੜੇ ਨੇ ਉਹ ਵੱਧ ਜਾਣ। ਮੈਨੂੰ ਲੱਗਦਾ ਕਿ ਇਹ ਸ਼ਾਇਦ ਇਹ ਵੀ ਧਿਆਨ 'ਚ ਹੋਏਗਾ ਮੰਤਰੀ ਦੇ, ਟਰਾਂਸਪੋਰਟ ਮੰਤਰੀ ਦੇ, ਕਿਉਂਕਿ ਸੁਭਾਵਕ ਜੀ ਗੱਲ ਹੈ ਕਿ ਤਾਈਓ ਬੰਦ ਕਰਵਾ ਰਹੇ ਨੇ। ਔਰ ਜੇ ਬੰਦ ਹੋਣ ਤੋਂ ਬਾਅਦ ਜੇ ਟੋਲ ਕੰਪਨੀਆਂ, ਕਿਉਂਕਿ ਪ੍ਰਾਈਵੇਟ ਕੰਪਨੀਆਂ ਟੋਲ ਵਸੂਲ ਰਹੀਆਂ ਨੇ, ਇਹ ਨਾ ਹੋਵੇ ਕਿ ਕਿਤੇ ਜੰਡਿਆਲਾ ਗੁਰੂ ਵਾਲਾ ਟੋਲ ਪਲਾਜ਼ਾ ਬੰਦ ਹੋਵੇ ਤੇ ਢਿਲਵਾਂ ਦੇ ਵਿੱਚ ਹੀ ਸਾਨੂੰ ਬਹੁਤ ਜ਼ਿਆਦਾ ਰੇਟ ਵੱਧ ਜਾਣ, ਉੱਥੇ ਜ਼ਿਆਦਾ ਪੈਸੇ ਖਰਚਣੇ ਪੈਣ। ਇਹ ਵੀ ਧਿਆਨ ਸਰਕਾਰ ਨੂੰ ਹੁਣ ਰੱਖਣਾ ਚਾਹੀਦਾ, ਕਿਉਂਕਿ ਆਪਾਂ ਤਾਂ ਕਈ ਸਾਲ ਪਹਿਲਾਂ ਹੀ ਪੈਸੇ ਇੰਨੇ ਦਿੰਦੇ ਆ ਰਹੇ ਹਾਂ। ਜਦੋਂ ਵੀ ਆਪਾਂ ਟਰੈਵਲ ਕਰਦੇ ਹਾਂ ਸੜਕਾਂ ਤੇ, ਤਾਂ ਇੰਨੇ ਸਾਲਾਂ ਤੋਂ 60 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕਈ ਟੋਲ ਪਲਾਜ਼ਿਆਂ ਤੇ ਆਪਾਂ ਪੈਸੇ ਭਰੇ ਨੇ। ਤਾਂ ਸਰਕਾਰ ਨੂੰ ਇਹ ਵੀ ਰਾਹਤ ਔਰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ। ਔਰ ਇਹਦੇ ਨਾਲ ਇੱਕ ਹੋਰ ਜ਼ਰੂਰੀ ਜਾਣਕਾਰੀ ਦੇ ਦੇਵਾਂ, ਨਿਤਿਨ ਗਡਕਰੀ ਉਹਨਾਂ ਨੇ ਅੱਜ ਲੋਕ ਸਭਾ ਦੇ ਵਿੱਚ ਸੁਰੂਚੀ ਇਹ ਵੀ ਕਿਹਾ ਕਿ ਜਿਹੜੇ ਟੋਲ ਪਲਾਜ਼ਾ ਦੇ ਨੇੜੇ ਲੋਕ ਰਹਿੰਦੇ ਨੇ ਉਹਨਾਂ ਦੇ ਜਿਹੜੇ ਪਾਸ ਬੰਨੇ ਹੁੰਦੇ ਉਹਦੇ ਵਾਸਤੇ ਬਹੁਤ ਜ਼ਿਆਦਾ ਫਾਰਮੈਲਿਟੀਆਂ ਨਹੀਂ ਹੋਣਗੀਆਂ। ਹੁਣ ਸਿਰਫ ਉਹ ਆਧਾਰ ਕਾਰਡ ਆਪਣਾ ਦਿਖਾਣਗੇ, ਉਹਦੇ ਤੇ ਹੀ ਉਹਨਾਂ ਦਾ ਜਿਹੜਾ ਪਾਸ ਹੁੰਦਾ ਟੋਲ ਪਲਾਜ਼ਾ ਵਾਲਾ ਪਾਸ ਮੁਹੱਈਆ ਕਰਵਾਇਆ ਜਾਂਦਾ ਉਹਨਾਂ ਨੂੰ। ਜਿਹੜੇ ਲੋਕ ਆਸ-ਪਾਸ ਰਹਿੰਦੇ ਨੇ ਔਰ ਡੇਲੀ ਟਰੈਵਲਰ ਹੁੰਦੇ ਨੇ, ਅਪ ਡਾਊਨ ਕਰਦੇ ਨੇ, ਉਸ ਘਰਾਂ ਜਿਨ੍ਹਾਂ ਦੇ ਟੋਲ ਪਲਾਜ਼ੇ ਦੇ ਕੋਲ ਘਰ ਹੁੰਦੇ ਨੇ, ਉਹਨਾਂ ਨੇ ਸਿਰਫ ਹੁਣ ਆਧਾਰ ਕਾਰਡ ਤੇ ਹੀ ਪਾਸ ਜਿਹੜਾ ਉਹ ਬਣ ਜਾਏਗਾ। ਬਿਲਕੁਲ, ਮੈਨੂੰ ਲੱਗਦਾ ਕਿ ਜੇਕਰ ਜਦੋਂ ਇਹ ਲਾਗੂ ਹੋ ਜਾਏਗਾ, ਇੰਪਲੀਮੈਂਟ ਹੋਵੇਗਾ, ਤੇ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ, ਕਿਉਂਕਿ ਕਈ ਲੋਕ ਤਾਂ ਅਪਲਾਈ ਕਰਨ ਤੋਂ ਵੀ ਪਿੱਛੇ ਹਟ ਜਾਂਦੇ ਨੇ। ਇਸ ਦਾ ਪ੍ਰੋਸੈਸ ਹੀ ਇੰਨਾ ਜਿਹੜਾ ਉਹ ਕਹਿ ਲਓ ਕਿ ਗੁੰਝਲਦਾਰ ਹੁੰਦਾ ਸੀਗਾ, ਹੁਣ ਕਿਉਂਕਿ ਲਚਕੀਲਾ ਹੋ ਜਾਵੇਗਾ। ਸਿਰਫ ਇੱਕ ਤੋਂ ਹੀ ਆਧਾਰ ਕਾਰਡ ਦਿਖਾ ਕੇ ਹੀ ਆਪਣਾ ਪਾਸ ਬਣਵਾ ਸਕਦੇ ਹੋ, ਤੇ ਇਹ ਸਿਰਫ ਉਹਨਾਂ ਦੇ ਲਈ ਸਹੂਲਤ ਹੈ ਜਿਹੜੇ ਟੋਲ ਪਲਾਜ਼ਾ ਦੇ ਨੇੜੇ ਰਹਿੰਦੇ ਨੇ, ਜਿਹੜੇ ਉਸ ਦੇ ਨੇੜਲੇ ਦਾਇਰੇ ਦੇ ਵਿੱਚ ਆਉਂਦੇ ਨੇ। ਤੁਹਾਨੂੰ ਨਿਤਿਨ ਗਡਕਰੀ ਦਾ ਉਹ ਬਿਆਨ ਵੀ ਸੁਣਾਵਾਂਗੇ ਜਦੋਂ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਅੰਦਰ ਹੀ ਇਹ ਵੱਡਾ ਐਲਾਨ ਕੀਤਾ ਗਿਆ, ਜਿਸ ਦੇ ਜ਼ਰੀਏ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ। ਉਸ ਤੋਂ ਅੱਗੇ ਹੋਰ ਜਾਣਕਾਰੀ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਆਖਿਰ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਸ ਦਾ ਐਲਾਨ ਕਰਦੇ ਹੋਏ ਕੀ ਕੁਝ ਕਿਹਾ है। और आप लोगों ने भी कल मुझे सुझाव दिया ना, मैंने 2 सुझाव आपके स्वीकार किए। एक किसी ने कहा, मैं नाम भूल रहा हूं, अध्यक्ष महाराज, उन्होंने कहा आधार कार्ड के ऊपर, शायद श्रीनिवास पाटिल जी ने कहा था, आधार के कार्ड के ऊपर जिसके बाद आधार का कार्ड है और वहां टोल है, तो आधार का कार्ड देखकर मानकर उसको तुरंत पास इशू किया जाए। तो मैं सजेशन मान्य करता हूं, जहां भी ऐसे टोल बने और वहां के स्थानिक लोगों की अड़चन होती है, आधार कार्ड को लेकर पास बनाकर देंगे। दूसरा एक है कि 60 किलोमीटर के बीच में टोल नहीं आता है और कुछ जगह चालू है। मैं आज सदन को विश्वास दिलाता हूं, बहुत बार ये गलत काम हो रहा है, इलीगल है,
मैं बार बार कहता हूँ पैसे मिलते इसलिए डिपार्टमेंट हाँ करते हो, हाँ ये इनका कितने दिन मेरे से झगड़ा किया इन्होंने, पुलिस जी ने बहुत। अब मैं बता रहा हूं कि इसके बाद 3 महीने के अंदर 60 किलोमीटर के अंदर एक ही टोल नाका होगा, दूसरा होगा तो वो बंद किया जाएगा। क्योंकि लोगों को जरूर है कि हमें पैसा भी चाहिए, इसका मतलब लोगों को तकलीफ नहीं देनी चाहिए। और आप लोगों ने भी कल मुझे सुझाव दिया ना, मैंने 2 सुझाव आपके स्वीकार किए। एक किसी ने कहा, मैं नाम भूल रहा हूं, अध्यक्ष महाराज, उनने कहा आधार कार्ड के ऊपर, शायद श्रीनिवास पाटिल जी ने कहा था, आधार के कार्ड